साबका बीवी ने कब्जा कर लिया 62 अफराद के साथ मिलकर। ਇਹਦੇ ਕੋਈ ਚਾਲ ਚੱਲਣ ਮੈਨੂੰ ਸਹੀ ਨਹੀਂ ਲੱਗੇ। ਇਹਨੇ ਤਲਾਕ ਦੇਣ ਦੇ ਬਾਵਜੂਦ ਮੇਰੇ 3 ਮਰਲਿਆਂ ਉੱਤੇ ਕਬਜ਼ਾ ਕਰ ਲਿਆ। ਕਿਸੇ ਥਾਣੇ ਵਿੱਚ ਨਿਆਈ नहीं हो रही। जी नाजरीन, आप देख रहे हैं प्रोग्राम अवाम की आवाज़ और मैं हूं आपका मेज़बान शेर मोहम्मद जरगर। आज ज़िला शेखपुरा के इलाका जोइयां वाला मोड़ पे मौजूद है। इस बुजुर्ग के घर ये मेहनत मजदूरी करता है, गली मोहल्लों में जाके पापड़ बेचता है। आज इसकी प्रॉपर्टी पे इसकी ही साबका बीवी ने कब्जा कर लिया 62 अफराद के साथ मिलकर। इन बाबा जी का कहना है कि इन्होंने 2 शादियां की थी, पहली बीवी से 2 बच्चियां हैं और जो दूसरी बीवी थी उसके चाल चलन ठीक नहीं थे, जिस वजह से उस बीवी को इन्होंने छोड़ दिया है और इस औरत ने 62 अफराद के साथ मिलकर इनकी जगह पर, इनकी प्रॉपर्टी पर कब्जा कर लिया है। हमारे साथ ये बाबा जी मौजूद है, ये दास्तान इन्हीं से सुनते हैं। जी बाबा जी सलाम अलैकुम। ਵਾਲੇਕੁਮ ਸਲਾਮ। ਕੀ ਨਾਮ ਹੈ ਤੁਹਾਡਾ ਤੇ ਕੀ ਵਾਕਿਆ ਪੇਸ਼ ਹੋਇਆ ਕਿ ਤੁਹਾਡੀ ਸਾਬਕਾ ਬੀਵੀ ਨੇ ਤੁਹਾਡੇ ਮਕਾਨ ਤੇ ਕਬਜ਼ਾ ਕਰ ਲਿਆ, ਕਿਉਂ ਕੀਤਾ? ਜੀ ਮੇਰਾ ਨਾਮ ਤਾਲਬ ਹੁਸੈਨ ਹੈ। ਸ਼ਾਦੀ ਹੋਈ ਹੈ, ਸ਼ਾਦੀ ਕੀਤੀ ਹੈ। ਇਹਦੇ ਕੋਈ ਚਾਲ ਚੱਲਣ ਮੈਨੂੰ ਸਹੀ ਨਹੀਂ ਲੱਗੇ। ਕੀ ਨਾਮ ਸੀ ਉਹ ਤੁਹਾਡੀ ਬੀਵੀ ਸਾਬਕਾ ਦਾ ਜਿਹਨੂੰ ਤੁਸੀਂ ਤਲਾਕ ਦਿੱਤੀ? ਇਹਦਾ ਨਾਮ ਨਾਜ਼ੀਆ ਬੀਬੀ ਹੈ। ਸ਼ਾਮ ਨੂੰ ਘਰੋਂ ਚਲੀ ਜਾਂਦੀ ਹੈ, ਰਾਤ ਬਾਹਰ ਰਹਿ ਕੇ ਆਉਂਦੀ ਹੈ। ਮੈਨੂੰ ਇਸ ਚੀਜ਼ ਦੀ ਗੈਰਤ ਆਈ ਹੈ, ਮੈਂ ਤਲਾਕ ਦੇ ਦਿੱਤੀ ਹੈ। ਇਹਨੇ ਤਲਾਕ ਦੇਣ ਦੇ ਬਾਵਜੂਦ ਮੇਰੇ 3 ਮਰਲਿਆਂ ਉੱਤੇ ਕਬਜ਼ਾ ਕਰ ਲਿਆ ਤੇ ਕਬਜ਼ਾ ਕਰਕੇ ਤੇ ਮੈਂ ਦਰਖਾਸਤਾਂ ਵੀ ਮੈਂ ਲਿਖੀ ਹੈ। ਦਰਖਾਸਤ ਮੈਂ ਥਾਣੇ ਜਾ ਕੇ ਦਿੱਤੀ ਹੈ। ਬਹਰਹਾਲ ਮੇਰੀ ਨਾ ਕਿਸੇ ਥਾਣੇ ਵਿੱਚ ਨਿਆਈ ਨਹੀਂ ਹੋ ਰਹੀ। ਜਿਹੜੀ ਜਗ੍ਹਾ ਤੇ ਇਹਨਾਂ ਨੇ ਕਬਜ਼ਾ ਕੀਤਾ ਹੈ ਉਹਦੀ ਕੋਈ ਕਾਗਜ਼ ਤੁਹਾਡੇ ਨਾਮ ਮੌਜੂਦ ਹੈਗੇ ਨੇ ਜਾਂ ਨਹੀਂ ਹੈਗੇ? ਉਹਦੀ ਕੋਈ ਰਜਿਸਟਰੀ, ਕੋਈ ਸਟਾਮ ਵਗੈਰਾ? ਜੀ ਉਹਦਾ ਸਟਾਮ ਵੀ ਹੈ, ਉਹਦਾ ਸਟੇ ਵੀ ਮੇਰੇ ਕੋਲ ਹੈ। ਸਟੇ ਕਿਸ ਚੀਜ਼ ਦਾ? ਉਹਨਾਂ 3 ਮਰਲਿਆਂ ਦਾ। ਹਾਂਜੀ। ਤੇ ਤੁਸੀਂ ਜਦੋਂ ਥਾਣੇ ਦੇ ਵਿੱਚ ਦਰਖਾਸਤ ਦਿੱਤੀ ਹੈ, ਕਿਹੜੇ ਥਾਣੇ 'ਚ ਦਰਖਾਸਤ ਦਿੱਤੀ ਹੈ, ਉੱਥੇ ਕੋਈ ਤੁਹਾਡੀ ਸੁਣਵਾਈ ਹੋਈ ਹੈ ਜਾਂ ਨਹੀਂ ਹੋਈ? ਉਹ ਜੀ ਥਾਣਾ ਹੌਸਨ ਕਾਨੂੰਨੀ ਹੈ, ਉੱਥੇ ਮੈਂ ਦਰਖਾਸਤ ਦਿੱਤੀ ਹੈ ਜਾ ਕੇ। ਉੱਥੋਂ ਦਰਖਾਸਤ ਜਾ ਕੇ ਮੰਗੀ ਹੈ ਤੇ ਉਹਨਾਂ ਨੇ ਆਖਿਆ ਕਿ ਤੇਰੀ ਇੱਥੇ ਦਰਖਾਸਤ ਹੀ ਕੋਈ ਨਹੀਂ ਹੋਈ। ਤੁਸੀਂ ਕਿਸੇ ਨੂੰ ਅਪੀਲ ਕਰਨਾ ਚਾਹੁੰਦੇ ਹੋ? ਜੀ ਮੇਰੀ ਨਾ ਇਹ ਅਫਸਰਾਨ ਅੱਗੇ ਮੇਰੀ ਅਪੀਲ ਹੈ ਕਿ ਮੈਨੂੰ ਨਾ ਦੇ ਹੱਕ ਇਹ ਦਵਾਇਆ ਜਾਏ। ਮੈਂ ਮਾੜਾ ਬੰਦਾ, ਗਰੀਬ ਹਾਂ, मेरा तो कमाने वाला भी कोई नहीं, वडेरा बंदा मैं। जी नाज़रीन, आपने इन बुजुर्गों की गुफ्तगू सुनी है। ये आज मीडिया पर आए हैं इसलिए कि इनको इंसाफ नहीं मिल रहा। ये लिहाजा इंसाफ चाहते हैं आला हुकाम से। इस वक्त हमारे साथ इन्हीं बुजुर्गों के रियलिटी मौजूद हैं, उनसे बात करते हैं इनका क्या कहना है जो इतनी बाबा जी के साथ ज्यादती हुई है, हो रही है, इस हवाला से। जी भाईजान अस्सलाम वालेकुम। ਤੇ ਤੁਹਾਡਾ ਕੀ ਕਹਿਣਾ ਹੈ ਜੋ ਜ਼ਿਆਦਤੀ ਬਾਬਾ ਜੀ ਨਾਲ ਹੋਈ ਹੈ, ਇਹਨਾਂ ਦੀ ਜਗ੍ਹਾ ਤੇ ਪ੍ਰਾਪਰਟੀ ਤੇ ਜਿਹੜਾ ਕਬਜ਼ਾ ਕੀਤਾ ਗਿਆ ਇਹਨਾਂ ਦੀ ਸਾਬਕਾ ਬੀਵੀ ਨੇ, ਉਸ ਹਵਾਲੇ ਨਾਲ ਤੁਹਾਡਾ ਕੀ ਕਹਿਣਾ? अस्सलाम वालेकुम जी। ਇਹ ਬਿਲਕੁਲ ਜੀ ਹਕੀਕਤ ਗੱਲ ਹੈ ਕਿ ਬਾਬੇ ਨਾਲ ਬਹੁਤ ਜ਼ਿਆਦਤੀ ਹੋਈ ਹੈ। ਜਨਾਨੀ 2 ਨੰਬਰ ਸੀ, ਬਾਬੇ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਹੈ। ਉਹ ਵਿਚਾਰਾ ਮਸਕੀਨ ਆਦਮੀ ਜਿਹੜਾ ਇਸ ਚੀਜ਼ ਦੇ ਵਿੱਚ ਬਹਿਕਾਇਦੇ ਵਿੱਚ ਆ ਗਿਆ। ਉਸ ਬੀਵੀ ਨਾਲ ਸ਼ਾਦੀ ਕਰਾ ਲਈ ਇਹਨੇ ਤੇ ਉਹ 2-4 ਮਹੀਨੇ ਠਹਿਰ ਕੇ ਉਹਨੇ ਆਪਣੇ ਚਾਲ ਚੱਲਣ ਜਿਹੜੇ ਨੇ ਗਲਤ ਕਰ ਲਿਆ। ਬਾਬੇ ਨੇ ਫਿਰ ਇਹ ਚੀਜ਼ ਨੂੰ ਨਫ਼ਰਤ ਸਮਝਦੇ ਆਇਆ ਛੱਡ ਦਿੱਤਾ। ਉਹਨੇ ਫਿਰ ਕਿਸੇ ਬੰਦੇ ਦੇ ਮੁਤਲਕ ਲੱਗ ਕੇ ਨਾਲ ਤੇ 3 ਮਰਲਿਆਂ ਤੇ ਕਬਜ਼ਾ ਕਰਕੇ ਬੀਬੀ ਕਾਬਜ਼ ਹੋ ਕੇ ਬਹਿ ਗਈ। ਬਾਹਰ ਨਿਕਲਦੇ ਨੇ ਅੱਗੋਂ ਅੰਦਰ ਵੜ ਕੇ ਜੰਦਰੇ ਮਾਰ ਲੈਂਦੀ ਏ, ਉੱਤੋਂ 15 ਤੇ ਕਾਲ ਕਰਦੀ ਤੇ ਉੱਤੋਂ ਪੁਲਿਸ ਮੰਗਾ ਲੈਂਦੀ। ਇਹ ਹਾਲੇ ਹਕੀਕਤ ਉਸ ਬੀਬੀ ਨੇ ਇਸ ਬਾਬੇ ਨਾਲ ਕੀਤੀ। ਇਹ ਜਾਸਤੀ ਹੀ ਬਿਲकुल ਉਹਨਾਂ ਦੇ ਨਾਲ। जी नाजरीन, आपने ये गुफ्तगू सुनी है। इन बाबा जी का कहना है कि बीवी जो इसकी साबका बीवी है उनकी चाल चलन ठीक ना होने की वजह से उसको छोड़ा है। 62 अफराद के साथ मिलकर इनकी जायदाद पे, इनकी जगह पे उन्होंने कब्जा किया है। हत्ता के जो प्रॉपर्टी के कागज थे वो इनके नाम भी है, ठीक है, इनका कोई स्टे वगैरह भी लगा हुआ है। तो मुतलका जो पुलिस है इन्होंने उनसे अपील की है कि खुदारा इनको इंसाफ मिला जाए। थी मुकम्मल दास्तान इन बुजुर्गों की। फिर मिलेंगे एक नए प्रोग्राम के साथ, तब तक के लिए अपने मेज़बान शेर मोहम्मद जरगर को दे इजाज़त। अल्लाह निगहबान।